सत श्री अकाल। चढ़ती कला टाइम टीवी देख रहे देश विदेश के सारे दर्शकों का स्वागत। मैं ਤੁਹਾਡੇ ਨਾਲ रुमन बाजवा। दर्शकों तुसीं देख रहे हो साडा खास प्रोग्राम खास मुलाकात। जिवें कि तुसीं जानते हो कि इस प्रोग्राम राही असीं तुहानूं वख-वख शख्सियतां दे रूबरू करवाने हैं, खास करके वो शख्सियतां जिहड़े कि जो साडे समाज विच अहम योगदान पा रहीआं ने ते खास करके साडे जीवन विच मार्गदर्शक बन के उभरियां ने। तो अज मैं तुहाडे रूबरू करवाउण जा रही हाँ उस शख्सियत नूं जो एक खास मकसद नूं लैके खास करके जिन्हां ने दुनिया भर में सिखां दी एक वखरी ते विलखण पहचान बनाई। मेरे नाल मौजूद ने प्रोमीनेंट सिक्स ऑफ इंडिया, प्रोमीनेंट सिक्स ऑफ USA ते शाइनिंग सिख यूथ ऑफ इंडिया दे राइटर, पंजाबी यूनिवर्सिटी पटियाला दे एडमिनिस्ट्रेटिव ऑफिसर डॉक्टर प्रवीण सिंह, बहुत बहुत स्वागत। थैंक यू जी। मैं चढ़ती कला टाइम टीवी का बहुत धन्यवाद करदा जिन्होंने अज मैनूं दर्शकों के रूबरू होने का मौका दिता। थैंक यू जी। डॉक्टर प्रवीण सिंह, तुसीं अपनी पहली किताब लैके आए प्रोमीनेंट सिक्स ऑफ इंडिया, उस तो बाद सैकेंड किताब तुहाडी आई प्रोमीनेंट सिक्स ऑफ USA और रीसेंटली तुहाडी किताब बारे गल की जाए श्री गुरु तेग बहादुर साहिब जी के 400 साला प्रकाश पुरब नूं समर्पित तुसीं अपनी किताब लैके आए शाइनिंग सिख यूथ ऑफ इंडिया। इस किताब नूं लैके आउण दा की मकसद सी, की कंसैप्ट सी? एक 1978 ਦੇ ਵਿੱਚ ਕਿਤਾਬ ਆਈ ਸੀ ਚਾਈਲਡ ਹੀਰੋ ਆਫ ਸਿੱਖਸ ਜੀ। ਸਰਦਾਰ ਤਰਲੋਚਨ ਸਿੰਘ ਸਾਬਕਾ MP ਤੇ ਸਾਬਕਾ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ, ਉਹਨਾਂ ਨੇ ਇਸ ਕਿਤਾਬ ਦੀ ਰਚਨਾ ਕੀਤੀ। ਉਹ ਬਾਈ ਚਾਂਸ ਪਿਛਲੇ ਸਾਲ ਉਹ ਕਿਤਾਬ ਮੈਨੂੰ ਮਿਲ ਗਈ, ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਤੇ ਉਹਦੇ ਵਿੱਚ ਸਾਰੇ ਜਿੰਨੇ ਵੀ ਸਿੱਖ ਧਰਮ ਦੇ ਵਿੱਚ ਚਾਈਲਡ ਹੀਰੋਜ਼ ਰਹੇ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸ਼ਹਾਦਤ 8 ਸਾਲਾਂ ਦੇ ਵਿੱਚ ਹੁੰਦੀ ਹੈ, ਫਿਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ 9ਵੇਂ ਸਾਲ ਦੇ ਵਿੱਚ ਗੁਰੂ ਗੱਦੀ ਤੇ ਬੈਠ ਜਾਂਦੇ ਨੇ, ਫਿਰ ਉਹਨਾਂ ਦੇ ਅੱਗੇ ਚਾਰੋਂ ਸਾਹਿਬਜ਼ਾਦੇ ਬੜੀ ਯੰਗ ਏਜ ਦੇ ਵਿੱਚ ਉਹ ਸ਼ਹਾਦਤ ਪਾ ਜਾਂਦੇ ਨੇ। ਮਹਾਰਾਜਾ ਰਣਜੀਤ ਸਿੰਘ ਰਾਜਾ ਬਣਦੇ ਨੇ ਸਿਰਫ 19 ਸਾਲ ਦੀ ਉਮਰ ਦੇ ਵਿੱਚ ਜੀ। ਫਿਰ ਜੇ ਆਜ਼ਾਦੀ ਦੇ ਕੰਟਰੀਬਿਊਸ਼ਨ ਦੀ ਗੱਲ ਆਈ ਤਾਂ ਉਹਦੇ ਵਿੱਚ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਇਹਨਾਂ ਸਾਰਿਆਂ ਦਾ ਬੜਾ ਵੱਡਾ ਰੋਲ ਰਿਹਾ। ਤਾਂ ਮੇਰੇ ਇੱਕਦਮ ਆਈਡੀਆ ਕਲਿੱਕ ਕੀਤਾ ਵੀ ਕਿਉਂ ਨਾ ਜਿਹੜੇ ਅੱਜ ਦੇ ਮੌਜੂਦਾ ਸਮੇਂ ਦੇ ਸਿੱਖ ਯੂਥ ਹੈ ਜਿਨ੍ਹਾਂ ਦੀ ਲਾਈਫ ਬੜੀ ਇੰਸਪਾਇਰਿੰਗ ਤੇ ਮੋਟੀਵੇਸ਼ਨਲ ਹੈ, ਜਿਹੜੀ ਕਿ ਆਉਣ ਵਾਲੀ ਸਾਡੀ ਪਨੀਰੀ ਦੀ ਰੋਲ ਮਾਡਲ ਬਣ ਸਕਦੀ ਹੈ, ਕਿਉਂ ਨਾ ਉਹਨਾਂ ਦੀਆਂ ਲਾਈਫ ਸਟੋਰੀਜ਼ ਨੂੰ, ਸਕਸੈਸ ਸਟੋਰੀਜ਼ ਨੂੰ ਅਸੀਂ ਹਾਈਲਾਈਟ ਕਰੀਏ ਤਾਂ ਕਿ ਸਾਡੀ ਆਉਣ ਵਾਲੀ ਪਨੀਰੀ ਨੂੰ ਵੀ ਮੋਟੀਵੇਸ਼ਨ ਮਿਲ ਸਕੇ। ਫਿਰ ਮੇਰੇ ਦਿਮਾਗ 'ਚ ਇੱਕ ਇਹ ਆਈਡੀਆ ਆਇਆ ਵੀ ਮੈਨੂੰ ਵੀ ਨਹੀਂ ਪਤਾ ਸੀਗਾ ਵੀ ਕਿਹੜੀ ਸਟੇਟ ਦੇ ਵਿੱਚ ਕਿਹੜੇ ਸਿੱਖ ਆਫਿਸਰਸ ਨੇ। ਮੈਂ ਜਦੋਂ ਲਿਸਟ ਬਣਾਉਣੀ ਸ਼ੁਰੂ ਕੀਤੀ ਜੰਮੂ ਕਸ਼ਮੀਰ ਤੋਂ ਲੈ ਕੇ ਕੇਰਲਾ ਤੱਕ ਹਰ ਸਟੇਟ ਦੇ ਵਿੱਚ ਮੈਨੂੰ ਸਿੱਖ ਆਫਿਸਰ ਮੁੰਡਾ ਜਾਂ ਕੁੜੀ ਮਿਲੇ। ਮੈਂ ਉਹਨਾਂ ਦੀਆਂ ਲਾਈਫ ਨੂੰ ਜਿਹੜਾ ਕੰਪਾਈਲ ਕੀਤਾ ਤਾਂ ਕਰਦੇ ਕਰਦੇ ਤਕਰੀਬਨ 100 ਸਿੱਖ ਨੌਜਵਾਨ ਲੜਕੇ ਲੜਕੀਆਂ ਦਾ ਜਿਹੜਾ ਉਹ ਮੇਰੇ ਕੋਲ ਸਾਰਾ ਡਾਟਾ ਇਕੱਠਾ ਹੋ ਗਿਆ ਅਤੇ ਮੈਂ ਉਸੀ ਤੋਂ ਉਹਨਾਂ ਦੀਆਂ ਲਾਈਫਸ ਤੋਂ ਇੰਸਪਾਇਰ ਹੋ ਕੇ ਕਈ ਇੰਨੇ ਗਰੀਬ ਘਰਾਂ 'ਚੋਂ ਲੇਬਰਰ ਫੈਮਲੀਜ਼ ਤੋਂ ਉੱਠ ਕੇ ਕੋਈ ਜੱਜ ਬਣਿਆ, ਕੋਈ ਪੁਲਿਸ ਆਫਿਸਰ ਬਣਿਆ, ਕੋਈ IAS ਬਣਿਆ, ਕੋਈ ਸਪੋਰਟਸਮੈਨਸ ਦਾ ਜਿੰਨਾ ਮੈਂ ਜੀਵਨ ਦੇਖਿਆ, ਬੜੇ ਗਰੀਬੀ ਰੇਖਾ ਤੋਂ ਸ਼ੁਰੂ ਹੋ ਕੇ ਉਹਨਾਂ ਨੇ ਪੂਰੇ ਇੰਡੀਆ ਲਈ ਮੈਡਲਸ ਲੈ ਕੇ ਆਏ। ਤਾਂ ਮੈਨੂੰ ਲੱਗਿਆ ਵੀ ਅੱਜ ਦੇ ਯੂਥ ਨੂੰ ਇਹ ਚੀਜ਼ ਦਿਖਾਉਣ ਦੀ ਲੋੜ ਹੈ ਕਿਉਂਕਿ ਸਾਡਾ ਸਾਰਾ ਯੂਥ ਜਿਹੜਾ ਬਾਹਰ ਜਾਣ ਨੂੰ ਲੱਗਾ ਹੋਇਆ, ਕੋਈ ਕੈਨੇਡਾ ਜਾ ਰਿਹਾ, ਕੋਈ ਅਮਰੀਕਾ ਜਾ ਰਿਹਾ। ਤਾਂ ਮੈਨੂੰ ਸੀ ਜਿਹੜੇ ਭਾਰਤ ਦੇ ਵਿੱਚ ਅਚੀਵਰਸ ਨੇ ਉਹਨਾਂ ਨੂੰ ਇੱਕ ਕੰਪਾਈਲ ਕਰਕੇ ਦੁਨੀਆ ਦੇ ਸਾਹਮਣੇ ਅਸੀਂ ਪੇਸ਼ ਕਰ ਸਕੀਏ ਵੀ ਅਸੀਂ 2% ਹਾਂ, ਪਰ ਜਿਹੜਾ ਸਾਡਾ ਕੰਟਰੀਬਿਊਸ਼ਨ ਹੈ ਹਰ ਫੀਲਡ ਦੇ ਵਿੱਚ ਸਾਡੇ ਸਿੱਖ ਭੈਣ ਭਰਾ ਜਿਹੜੇ ਨੇ ਬਹੁਤ ਮੱਲਾਂ ਮਾਰ ਰਹੇ ਨੇ। ਇਸ ਆਈਡੀਆ ਦੇ ਨਾਲ ਜਿਹੜੀ ਮੈਂ ਸ਼ਾਈਨਿੰਗ ਸਿੱਖ ਯੂਥ ਆਫ ਇੰਡੀਆ ਜਿਹੜੀ ਬੁੱਕ ਦੀ ਕੰਪਾਈਲੇਸ਼ਨ ਕੀਤੀ ਜੀ। ਡਾਕਟਰ ਪ੍ਰਵੀਨ, ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਇਹ ਦੱਸੋ ਕਿ ਇਹਨਾਂ ਪੁਸਤਕਾਂ ਨੂੰ ਲਿਖਣ ਦਾ ਸਬਬ ਕਿਵੇਂ ਬਣਿਆ? ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਸੇਵਾ ਹੈ ਮੈਂ ਇਸ ਨੂੰ ਸੇਵਾ ਹੀ ਕੰਸੀਡਰ ਕਰਦਾ ਕਿਉਂਕਿ ਇਹ ਬੜਾ ਵੱਡਾ ਕੰਮ ਹੈ ਜਿਹੜਾ ਗੁਰੂ ਸਾਹਿਬ ਨੇ ਮੇਰੇ ਤੋਂ ਲਿਆ ਅਤੇ ਮੈਨੂੰ ਮਾਣ ਬਖਸ਼ਿਆ। ਇਹ ਮੈਨੂੰ ਲੱਗਦਾ ਮੈਨੂੰ ਸੇਵਾ ਜਿਹੜੀ ਹੈ ਸਾਨੂੰ ਗੁੜਤੀ ਦੇ ਵਿੱਚ ਪਰਿਵਾਰ ਵੱਲੋਂ ਮਿਲੀ ਹੈ ਜੀ। ਮੈਂ ਜੇ ਆਪਣੇ ਪਿਛੋਕੜ ਦੇ ਵਿੱਚ ਜਾਵਾਂ ਤਾਂ ਮੇਰੇ ਦਾਦਾ ਜੀ ਡਾਕਟਰ ਪ੍ਰੀਤਮ ਸਿੰਘ ਉਹ ਡਾਕਟਰੀ ਦੇ ਖੇਤਰ ਦੇ ਵਿੱਚ ਫ੍ਰੀ ਲੋਕਾਂ ਦੀ ਸੇਵਾ ਕਰਦੇ ਰਹੇ ਜੀ। ਫਿਰ ਮੇਰੇ ਪਿਤਾ ਸਰਦਾਰ ਹਰਮਿੰਦਰ ਸਿੰਘ ਹੈਰੀ ਉਹ ਪੰਜਾਬ ਅਤੇ ਹਰਿਆਣਾ ਦੇ ਵਿੱਚ ਖਿਡਾਰੀ ਰਹੇ, ਕ੍ਰਿਕਟ ਦੇ ਬਹੁਤ ਉਮਦਾ ਖਿਡਾਰੀ ਰਹੇ ਜਿਨ੍ਹਾਂ ਨੇ ਕਪਿਲ ਦੇਵ, ਬਿਸ਼ਨ ਸਿੰਘ ਬੇਦੀ, ਨਵਜੋਤ ਸਿੱਧੂਵਾਲਾ ਨਾਲ ਟੀਮ ਦੇ ਵਿੱਚ ਖੇਲੇ ਅਤੇ 32 ਮੈਚ ਰਾਂਝੀ ਦੇ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਵੱਲੋਂ ਖੇਲ ਕੇ ਜਿਹੜੀ ਦੇਸ਼ ਦੀ ਸੇਵਾ ਕੀਤੀ। ਉਸ ਤੋਂ ਬਾਅਦ ਜੇ ਮੈਂ ਆਪਣੇ ਨਾਨਕਿਆਂ ਵੱਲ ਚਲਾ ਜਾਂਦਾ ਤਾਂ ਗਿਆਨੀ ਹਰਨਾਮ ਸਿੰਘ
ਉਹਨਾਂ ਦੀ ਫਰੀडम ਮੂਵਮੈਂਟ ਦੇ ਵਿੱਚ ਕੰਟਰੀਬਿਊਸ਼ਨ ਰਹੀ, ਪੰਜਾਬੀ ਸੂਬਾ ਦਾ ਮੋਰਚਾ ਬਣਾਉਣ ਦੇ ਵਿੱਚ ਕੰਟਰੀਬਿਊਸ਼ਨ ਰਹੀ ਵੀ ਇਹ ਪਰਿਵਾਰਕ ਜਿਹੜਾ ਪਿਛੋਕੜ ਹੈ ਇਹ ਸਾਡਾ ਦੇਸ਼ ਨੂੰ, ਪੰਥ ਨੂੰ ਸਮਰਪਿਤ ਰਿਹਾ। ਔਰ ਮੈਨੂੰ ਵੀ ਐਂ ਲੱਗਦਾ, ਮੈਂ ਬਚਪਨ ਤੋਂ ਹੀ ਜਦੋਂ ਪੜ੍ਹਦਾ ਸੀਗਾ ਤਾਂ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵੱਲ ਮੇਰਾ ਬਹੁਤ ਜ਼ਿਆਦਾ ਰੁਝਾਨ ਰਿਹਾ ਪੜ੍ਹਾਈ ਦੇ ਨਾਲ ਜੀ। ਮੈਂ ਕਦੀ ਡਿਬੇਟ ਦੇ ਵਿੱਚ ਕੰਪੀਟੀਸ਼ਨਾਂ ਦੇ ਵਿੱਚ ਪਾਰਟਿਸਿਪੇਟ ਕਰਦਾ, ਕਦੀ ਐਸੇ ਰਾਈਟਿੰਗ ਕੰਪੀਟੀਸ਼ਨਸ ਦੇ ਵਿੱਚ ਪਾਰਟਿਸਿਪੇਟ ਕਰਦਾ, ਪੜ੍ਹਾਈ ਦੇ ਨਾਲ ਕੋਈ ਕਲਚਰਲ ਐਕਟੀਵਿਟੀ ਹੋ ਰਹੀ ਹੁੰਦੀ ਉਹਦੇ ਵਿੱਚ ਪਾਰਟਿਸਿਪੇਟ ਕਰਦਾ ਜੀ। ਜਦੋਂ ਮੈਂ ਤਕਰੀਬਨ 16 ਸਾਲ ਦਾ ਹੋਇਆ ਤਾਂ ਸਾਡੇ ਪਰਿਵਾਰ ਨੂੰ ਬੜਾ ਵੱਡਾ ਇੱਕ ਝਟਕਾ ਲੱਗਾ। ਮੇਰੇ ਫਾਦਰ ਸਾਹਿਬ ਦੀ ਆਲ ਆਫ ਅ ਸਡਨ ਹਾਰਟ ਅਟੈਕ ਨਾਲ ਉਦੋਂ ਉਹਨਾਂ ਦੀ ਮੌਤ ਹੋ ਗਈ, ਜਿਹਦਾ ਬੜਾ ਵੱਡਾ ਸਦਮਾ ਸਾਡੇ ਸਾਰੇ ਪਰਿਵਾਰ ਨੂੰ ਲੱਗਾ। ਉਹ ਮੇਰੇ ਲਈ ਇੱਕ ਲਾਈਫ ਚੇਂਜਰ ਸੀਗਾ ਜੀ। ਮੈਂ ਕਿਉਂਕਿ ਘਰ 'ਚ ਸਭ ਤੋਂ ਛੋਟਾ ਸੀ, ਮੇਰੀਆਂ 2 ਭੈਣਾਂ ਸੀਗੀਆਂ ਤੇ ਉਹਨਾਂ ਦੀ ਮੈਰਿਜ ਹੋਈ, ਉਹਨਾਂ ਨੂੰ ਸੈੱਟ ਕੀਤਾ ਤੇ ਇੱਕ +1 'ਚ ਪੜ੍ਹਦਾ ਬੱਚੇ ਤੇ ਜਦੋਂ ਸਾਰੇ ਪਰਿਵਾਰ ਦਾ ਬੋਝ ਪੈ ਜਾਏ ਤਾਂ ਜ਼ਿੰਮੇਵਾਰੀਆਂ ਵੀ ਬੜੀਆਂ ਵੱਧ ਜਾਂਦੀਆਂ। ਉਹ ਮੂਵਮੈਂਟ ਨੇ ਮੈਨੂੰ ਥੋੜ੍ਹਾ ਜਿਹਾ ਝੰਜੋਲ ਕੇ ਰੱਖ ਦਿੱਤਾ। ਫਿਰ ਮੈਨੂੰ ਕਿਸੇ ਸਿਆਣੇ ਨੇ ਕਿਹਾ ਵੀ ਆਪਣੇ ਆਪ ਨੂੰ ਬਿਜ਼ੀ ਰੱਖੋ, ਕਿਉਂਕਿ ਤੁਹਾਡੀ ਸਟੇਜ ਇੱਦਾਂ ਦੀ ਹੈ, 16-17 ਸਾਲ ਦੀ ਉਮਰ ਵੀ ਇੱਦਾਂ ਦੀ ਹੁੰਦੀ ਹੈ ਵੀ ਕਿਤੇ ਬੱਚਾ ਜੇ ਸਲਿੱਪ ਕਰ ਜਾਵੇ ਤਾਂ ਲਾਈਫ ਖਰਾਬ ਹੋ ਜਾਂਦੀ ਹੈ। ਮੈਂ ਆਪਣੇ ਆਪ ਨੂੰ ਬੜਾ ਬਿਜ਼ੀ ਰੱਖਿਆ। ਜਦੋਂ ਫ੍ਰੀ ਟਾਈਮ ਹੋਣਾ ਮੈਂ ਕੋਈ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਮੈਨੂੰ ਫ੍ਰੀ ਟਾਈਮ ਮਿਲਣਾ ਮੈਂ ਪਾਠ ਕਰੀ ਜਾਣਾ। ਮੇਰਾ ਸ਼ੁਰੂ ਤੋਂ ਪੋਲੀਟਿਕਸ ਵੱਲ, ਸਿੱਖ ਜਿੰਨੇ ਵੀ ਸਾਡੇ ਅਚੀਵਰ ਸੀਗੇ ਉਹਨਾਂ ਦੀਆਂ ਜੀਵਨੀਆਂ ਪੜ੍ਹਨ ਦਾ ਮੈਨੂੰ ਬੜਾ ਸ਼ੌਂਕ ਰਿਹਾ। ਮੈਂ ਕਈਆਂ ਦੀ ਜੀਵਨ ਦੇਖਦਾ ਵੀ ਰਿਹਾ, ਉਹਨਾਂ ਨੂੰ ਲਾਈਵ ਵੀ ਐਗਜ਼ਾਮਪਲਸ ਮੇਰੇ ਸਾਹਮਣੇ ਕਈ ਆਈਆਂ। ਫਿਰ ਜਦੋਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਆਇਆ ਤਾਂ ਪੂਰੇ ਵਰਲਡ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਸੀ ਜੀ। ਤਾਂ ਮੈਨੂੰ ਵੀ ਲੱਗਾ ਵੀ ਮੈਂ ਕਿਸ ਤਰੀਕੇ ਦੇ ਨਾਲ ਇਸ ਚੀਜ਼ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਪਾ ਸਕਦਾ। ਫਿਰ ਮੈਨੂੰ ਇੱਕ ਸਮਝ ਆਈ ਵੀ ਜਿੰਨੇ ਵੀ ਸਾਡੇ ਸਿੱਖ ਅਚੀਵਰਸ ਨੇ, ਵੈਟਰਨ ਲਿਵਿੰਗ ਵੀ, ਪੁਰਾਣਿਆਂ 'ਤੇ ਤਾਂ ਬਹੁਤ ਕੰਮ ਹੋਇਆ ਹੈ, ਜਿਹੜੇ ਅਚੀਵਮੈਂਟਸ ਕਰਕੇ ਸਵਰਗਵਾਸ ਹੋ ਗਏ ਹਨ, ਕਿਉਂ ਨਾ ਉਹਨਾਂ ਲੋਕਾਂ ਦੀ ਲਾਈਫ ਨੂੰ ਆਪਾਂ ਸੈਲੀਬ੍ਰੇਟ ਕਰੀਏ, ਉਹਨਾਂ ਦੇ ਕੰਟਰੀਬਿਊਸ਼ਨ ਨੂੰ ਐਕਨੋਲੇਜ ਕਰੀਏ ਵੀ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਵੀ ਆਪਣੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਨਾਮਣਾ ਖੱਟਿਆ, ਤਾਂ ਉਹ ਜਿਹੜਾ ਇਸ ਸੋਚ ਦਾ ਨਤੀਜਾ ਨਿਕਲਿਆ ਪ੍ਰੋਮੀਨੈਂਟ ਸਿੱਖਸ ਆਫ ਇੰਡੀਆ। ਮੈਂ ਬੜੇ ਛੋਟੇ ਇੱਕ ਪ੍ਰੋਜੈਕਟ ਤੋਂ ਸ਼ੁਰੂ ਕੀਤਾ ਸੀ, ਪਰ ਉਹ ਕੰਪਲੀਟ ਹੁੰਦਾ ਬਹੁਤ ਵੱਡਾ ਹੋ ਗਿਆ। ਫਿਰ ਇੱਕ ਬੜੀ ਮਾਣ ਵਾਲੀ ਗੱਲ ਇਹ ਹੋਈ ਵੀ ਮੈਂ ਪੰਜਾਬ ਯੂਨੀਵਰਸਿਟੀ ਨੂੰ ਜਦੋਂ ਆਪਣਾ ਚੰਡੀਗੜ੍ਹ ਖਰੜਾ ਸਬਮਿਟ ਕੀਤਾ, ਕਿਉਂਕਿ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਪ ਕੰਮ ਕਰ ਰਿਹਾ ਸੀ, ਤਾਂ ਮੈਨੂੰ ਲੱਗਾ ਵੀ ਕਿਤੇ ਇਹ ਮੈਸੇਜ ਨਾ ਚਲਾ ਜਾਵੇ ਵੀ ਜੇ ਮੈਂ ਪਬਲੀਕੇਸ਼ਨ ਪੰਜਾਬੀ ਯੂਨੀਵਰਸਿਟੀ ਦੀ ਕਰਾ ਲਈ ਤਾਂ ਮੈਂ ਸ਼ਾਇਦ ਕਿਤੇ ਆਪਣੇ ਪ੍ਰਭਾਵ ਨਾਲ ਕਰਾ ਲਈ। ਮੈਂ ਆਪਣਾ ਖਰੜਾ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਬਮਿਟ ਕੀਤਾ ਤਾਂ ਉਹਨਾਂ ਨੇ ਜਦੋਂ ਕਮੇਟੀ ਬਣਾ ਕੇ ਉਹਨੂੰ ਰਿਵਿਊ ਕੀਤਾ ਤਾਂ ਉਹਨਾਂ ਨੂੰ ਲੱਗਾ ਵੀ ਬੜੀ ਅੱਛੀ ਇੱਕ ਪਬਲੀਕੇਸ਼ਨ ਹੈ, ਤਾਂ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮੇਰੀ ਕਿਤਾਬ ਛਾਪਣ ਦਾ ਜਿਹੜਾ ਮੈਨੂੰ ਆਪਣਾ ਦਿੱਤਾ ਡਿਸੀਜ਼ਨ ਵੀ ਅਸੀਂ ਛਾਪਾਂਗੇ। ਉਹ ਇੱਕ ਬੜੀ ਮੇਰੇ ਲਈ ਵੱਡੀ ਗੱਲ ਸੀਗੀ ਵੀ ਪੰਜਾਬ ਯੂਨੀਵਰਸਿਟੀ ਜਿਹੜੀ ਕਿ ਨਾਰਥ ਇੰਡੀਆ ਦੀ ਵਨ ਆਫ ਦਾ ਟੌਪ ਮੋਸਟ ਯੂਨੀਵਰਸਿਟੀ ਹੈ, ਉਹ ਮੇਰੀ ਕਿਤਾਬ ਸਿੱਖਾਂ ਦੇ ਉੱਪਰ ਪਹਿਲੀ ਵਾਲੀ ਕਿਤਾਬ ਸੀ ਜਿਹੜੀ ਕਾਫੀ ਟੇਬਲ ਬੁੱਕ ਦੇ ਰੂਪ ਦੇ ਵਿੱਚ ਸਿੱਖਾਂ ਦੇ ਉੱਪਰ ਛਪੀ। ਔਰ ਉਸ ਤੋਂ ਵੀ ਵੱਡੀ ਮਾਣ ਵਾਲੀ ਗੱਲ ਇਹ ਹੋਈ ਵੀ ਜਦੋਂ ਰਿਲੀਜ਼ ਲਈ ਅਸੀਂ ਸ਼੍ਰੀ ਐਮ ਵੈਂਕਈਆ ਨਾਇਡੂ ਜੀ ਨੂੰ ਰਿਕੁਐਸਟ ਭੇਜੀ ਤਾਂ ਉਹਨਾਂ ਨੇ ਵਿਦਆਊਟ ਐਨੀ ਹੈਜ਼ੀਟੇਸ਼ਨ ਸਾਨੂੰ ਅਪਰੂਵ ਕਰਕੇ ਭੇਜਤਾ ਵੀ ਇਹ ਜਿਹੜੀ ਕਿਤਾਬ ਹੈ ਅਸੀਂ ਰਿਲੀਜ਼ ਕਰਾਂਗੇ। ਸਾਰੇ ਟੌਪ ਦੇ ਸਿੱਖ ਜਿੰਨੇ ਵੀ ਇੰਡੀਆ ਦੇ ਨੇ ਸਾਰੇ ਉਹਦੇ ਵਿੱਚ ਮੌਜੂਦ ਸੀ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਵੀ ਮੈਂ ਇਹ ਜਿਹੜਾ ਕੰਮ ਕੀਤਾ ਵੀ ਇਸ ਲੈਵਲ ਤੱਕ ਉਹਦੀ ਐਪਰੀਸੀਏਸ਼ਨ ਹੋ ਰਹੀ ਹੈ, ਤਾਂ ਮੈਂ ਆਪਣੇ ਆਪ ਨੂੰ ਬੜਾ ਵਡਭਾਗਾ ਵੀ ਸਮਝਿਆ ਤੇ ਇੱਕ ਨਿਮਾਣੇ ਸਿੱਖ ਵਜੋਂ ਮੈਂ ਸ਼ੁਕਰਾਨਾ ਕੀਤਾ ਗੁਰੂ ਸਾਹਿਬ ਦਾ ਵੀ ਇੰਨਾ ਵੱਡਾ ਮਾਣ ਬਖਸ਼ਿਆ। ਗੱਲ ਕਰੀਏ ਪ੍ਰੋਮੀਨੈਂਟ ਸਿੱਖਸ ਆਫ ਇੰਡੀਆ, ਜਦੋਂ ਤੁਸੀਂ ਪਹਿਲੀ ਕਿਤਾਬ ਲਿਖੀ ਤੇ ਉਸ ਦੇ ਵਿੱਚ ਤੁਸੀਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਦਾ ਵੀ ਜ਼ਿਕਰ ਕੀਤਾ, ਉਹਨਾਂ ਦੀ ਜੀਵਨ, ਉਹਨਾਂ ਦੀ ਪ੍ਰਾਪਤੀਆਂ ਬਾਰੇ ਵੀ ਜ਼ਿਕਰ ਕੀਤਾ। ਬਿਲਕੁਲ ਠੀਕ ਤੁਸੀਂ ਕਿਹਾ। ਸਰਦਾਰ ਜਗਜੀਤ ਸਿੰਘ ਦਰਦੀ ਵਰਗੀਆਂ ਜਿੰਨੀਆਂ ਵੀ ਇੰਸਪਾਇਰਿੰਗ ਹੋਰ ਲਾਈਫ ਸੀਗੀਆਂ, ਮੈਂ ਤਕਰੀਬਨ 50 ਲਾਈਫ ਸਿੱਖਾਂ ਦੀਆਂ ਲੈਜੈਂਡਸ ਨੇ ਜਿਹੜੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਾਰੇ ਇੰਡੀਆ ਦੇ ਵਿੱਚੋਂ ਕਵਰ ਕੀਤੀਆਂ ਔਰ ਇੱਕ ਐਗਜ਼ਾਮਪਲ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਵੀ ਜੇ ਇਹ ਲੋਕ ਇੰਨੇ ਨੀਚੋਂ ਉੱਠ ਕੇ ਇਸ ਲੈਵਲ ਤੱਕ ਜਾ ਸਕਦੇ ਨੇ ਤਾਂ ਕੋਈ ਵੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਹੈ ਇੰਪੋਸੀਬਲ ਨਹੀਂ ਹੈ। ਇਸੀ ਦੇ ਉੱਪਰ ਜਦੋਂ ਇਹ ਮੇਰੀ ਬੁੱਕ ਕੰਪਲੀਟ ਹੋਈ ਤਾਂ ਮੈਨੂੰ ਦੇਸ਼ਾਂ ਵਿਦੇਸ਼ਾਂ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਵੀ ਇੱਕ ਕਿਤਾਬ ਇੱਥੇ ਵੀ ਕਰੋ, ਇੱਥੇ ਵੀ ਕਰੋ, ਇੱਥੇ ਵੀ ਕਰੋ। ਫਿਰ ਮੈਂ ਫਾਈਨਲੀ ਜਦੋਂ ਥੋੜ੍ਹਾ ਜਿਹਾ ਸਟੱਡੀ ਕੀਤਾ ਤਾਂ ਮੈਨੂੰ ਲੱਗਿਆ ਵੀ ਅਮਰੀਕਾ ਦੇ ਵਿੱਚ ਜਿੱਥੇ ਸਿੱਖ ਆਇਡੈਂਟੀਟੀ ਦੀ ਥੋੜ੍ਹੀ ਪ੍ਰੋਬਲਮ ਚੱਲ ਰਹੀ ਹੈ, ਕਿਉਂ ਨਾ ਅਮਰੀਕਾ ਦੇ ਸਿੱਖਾਂ ਨੂੰ ਹਾਈਲਾਈਟ ਕੀਤਾ ਜਾਵੇ। ਤੇ ਫਿਰ ਮੈਂ ਉਸ 'ਤੇ ਕੰਮ ਸ਼ੁਰੂ ਕੀਤਾ ਤੇ ਤਕਰੀਬਨ ਮੈਨੂੰ 1 ਸਾਲ ਲੱਗਾ ਬੁੱਕ ਕੋ ਕੰਪਲੀਟ ਕਰਨ ਨੂੰ। ਉਹ 50 ਪਰਸਨੈਲਿਟੀਜ਼ ਲਈਆਂ, ਲੋਕਾਂ ਸਾਹਮਣੇ ਦੱਸੀਏ ਵੀ ਸਿਰਫ ਇੰਡੀਆ ਭਾਰਤ ਦੇ ਵਿੱਚ ਹੀ ਨਹੀਂ ਸਗੋਂ ਕਿ ਫੋਰਨ ਦੇ ਵਿੱਚ ਜਾ ਕੇ ਵੀ ਸਿੱਖਾਂ ਨੇ ਬੜੀ ਤਰੱਕੀ ਕੀਤੀ ਹੈ
ਔਰ ਉਹ ਮੈਂ ਉਹਦੇ ਵਿੱਚ ਕਾਮਯਾਬ ਹੋਇਆ। ਔਰ ਇਹ ਸਾਰੀ ਕਮਿਊਨਿਟੀ ਲਈ ਬੜੇ ਮਾਣ ਵਾਲੀ ਗੱਲ ਉਦੋਂ ਹੋਈ ਜਦੋਂ ਮੇਰੀ ਕਿਤਾਬ ਨੂੰ ਪਾਰਲੀਮੈਂਟ ਆਫ USA ਦੇ ਵਿੱਚ 15 ਕਾਂਗਰਸਮੈਨ, 3 ਸੈਨੇਟਰ ਤੇ ਲੈਫਟੀਨੈਂਟ ਗਵਰਨਰ ਕੈਲੀਫੋਰਨੀਆ ਵੱਲੋਂ ਰਿਲੀਜ਼ ਕੀਤਾ ਗਿਆ, ਬੜੇ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ, ਜਿਸ ਦੀ ਸ਼ਲਾਘਾ ਸਾਰੀ ਦੁਨੀਆ ਦੇ ਵਿੱਚ ਹੋਈ। ਔਰ ਉਹ ਇੱਕ ਮੋਟੀਵੇਸ਼ਨ ਸੀ ਵੀ ਜਿਹੜਾ ਮੈਂ ਕੰਮ ਕਰ ਰਿਹਾ ਉਹਨੂੰ ਲੋਕ ਜੇ ਇੱਕ ਵੀ ਬੰਦਾ ਉਹਨਾਂ ਨੂੰ ਪੜ੍ਹ ਕੇ ਇੰਸਪਾਇਰ ਹੋ ਕੇ ਆਪਣੀ ਜ਼ਿੰਦਗੀ ਦੇ ਵਿੱਚ ਚੇਂਜ ਲਿਆਏ ਤਾਂ ਮੈਂ ਆਪਣੇ ਇਸ ਪ੍ਰੋਜੈਕਟ ਨੂੰ ਬੜਾ ਕਾਮਯਾਬ ਸਮਝਾਂ। ਡਾਕਟਰ ਪ੍ਰਵੀਨ ਸਿੰਘ, ਤੁਸੀਂ ਬਹੁਤ ਵਧੀਆ ਕਨਸੈਪਟ ਲੈ ਕੇ ਆਏ ਹੋ। ਸੋ ਗੱਲਬਾਤ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ, ਪਰ ਇੱਥੇ ਰੁਕ ਰਹੇ ਹਾਂ ਅਸੀਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਤੁਸੀਂ ਬਣੇ ਰਹੋ ਸਾਡੇ ਨਾਲ ਚੜ੍ਹਦੀਕਾ ਟਾਈਮ ਟੀਵੀ ਤੇ। Watch our program Healthy Life every Sunday at 3 p.m. and repeat on Thursday at 2:30 p.m. only on Chardikala Time TV. Healthy life. खास मुलाकात, खास मुलाकात। ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ। ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਪ੍ਰਵਲੀਨ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਡਮਿਨਿਸਟ੍ਰੇਟਿਵ ਆਫਿਸਰ, ਤੇ ਨਾਲ ਹੀ ਉਹਨਾਂ ਵੱਲੋਂ ਜੋ ਪੁਸਤਕਾਂ ਲਿਖੀਆਂ ਗਈਆਂ ਨੇ ਪ੍ਰੋਮੀਨੈਂਟ ਸਿੱਖਸ ਆਫ ਇੰਡੀਆ, ਪ੍ਰੋਮੀਨੈਂਟ ਸਿੱਖਸ ਆਫ USA, ਸ਼ਾਈਨਿੰਗ ਸਿੱਖ ਯੂਥ ਆਫ ਇੰਡੀਆ। ਸੋ ਡਾਕਟਰ ਪ੍ਰਵਲੀਨ ਸਿੰਘ, ਆਪ ਜੀ ਦੀ ਪਹਿਲੀ ਪੁਸਤਕ ਪ੍ਰੋਮੀਨੈਂਟ ਸਿੱਖਸ ਆਫ ਇੰਡੀਆ ਦੇਸ਼ ਦੇ ਉਪ ਰਾਸ਼ਟਰਪਤੀ ਸ਼੍ਰੀ M ਵੈਂਕਈਆ ਨਾਇਡੂ ਵੱਲੋਂ ਰਿਲੀਜ਼ ਕੀਤੀ ਗਈ ਸੀ। ਤੇ ਆਓ ਦਰਸ਼ਕੋ ਤੁਹਾਨੂੰ ਲੈ ਚੱਲਦੇ ਹਾਂ ਉਹਨਾਂ ਖਾਸ ਪਲਾਂ ਵਿੱਚ ਜਿੱਥੇ ਕਿ ਦੇਸ਼ ਦੇ ਉਪ ਰਾਸ਼ਟਰਪਤੀ ਸ਼੍ਰੀ M ਵੈਂਕਈਆ ਨਾਇਡੂ ਵੱਲੋਂ ਇਸ ਪੁਸਤਕ ਨੂੰ ਰਿਲੀਜ਼ ਕੀਤਾ ਗਿਆ। ਆਓ ਦੇਖਦੇ ਹਾਂ। ਸਾਰਿਆਂ ਨੂੰ ਪਿਆਰੀ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਨੂੰ ਸਾਰਿਆਂ ਨੂੰ ਸਦੇ ਬਹਿਰੇ ਆਂਤੇ ਜੀ ਆਇਆਂ ਨੂੰ ਆਖਦਾ ਹਾਂ। My greetings to all. Welcome you all to my place. This is the Vice President's official residence. I am very happy that this young boy, Dr. Praveen Singh, has put in good efforts to bring out the stories of Veda, service and hard work of 50 great Sikhs and publishing the book, The Prominent Sikhs of India. I am very happy to really launch the book on the occasion of to commemorate the 550th birth and was celebrations of the first Guru of Sikh community, Guru Nanak Dev Ji. There may be a lot of people, not 50 alone. As it was explained earlier, the role of Sikh community in the freedom movement and also in the development of the story of India is very long. So we can bring any number of books also explaining. These books are written or these books are launched. The very purpose is this felicitation for launching the book. Felicitation is to give inspiration to others. ये कहानियाँ सुनने के बाद बाकी लोगों को भी उससे प्रेरणा मिलेगा। उस समय अदाकार अमिताभ बच्चन ਵੱਲੋਂ ਵੀ ਆਪ ਜੀ ਨੂੰ ਆਪਣੇ ਸ਼ੋਅ ਦੇ ਵਿੱਚ ਬੁਲਾਇਆ ਗਿਆ। ਉਹਨਾਂ ਵੱਲੋਂ ਤੁਹਾਨੂੰ ਇੱਕ ਗ੍ਰੇਟ ਆਨਰ ਉੱਥੇ ਦਿੱਤਾ ਗਿਆ। ਕਿਸ ਤਰ੍ਹਾਂ ਦਾ ਸਬਬ ਰਿਹਾ ਉੱਥੇ, ਕਿਸ ਤਰ੍ਹਾਂ ਦਾ ਸਮਾਂ ਸੀ ਤੁਹਾਡੇ ਲਈ ਉਸ ਵਕਤ? ਮੈਂ ਕਦੀ ਦੇਖੋ ਸੋਚ ਵੀ ਨਹੀਂ ਸਕਦਾ ਸੀ ਵੀ ਅਮਿਤਾਭ ਬੱਚਨ ਜਿਹੜੇ ਕਿ ਦੁਨੀਆ ਭਰ 'ਚ ਉਹਨਾਂ ਦਾ ਨਾਮ ਹੈ ਵੀ ਉਹ ਮੈਨੂੰ ਆਪਣੇ ਸ਼ੋਅ ਦੇ ਵਿੱਚ ਬੁਲਾਉਣਗੇ। ਉੱਥੇ ਮੈਨੂੰ 4-5 ਮਿੰਟ ਦਾ ਸਮਾਂ ਦਿੱਤਾ ਜਾਏਗਾ। ਉਸ ਤੋਂ ਸ਼ੋਅ ਤੋਂ ਪਹਿਲਾਂ ਮੈਨੂੰ 10-15 ਮਿੰਟ ਉਹਨਾਂ ਦੇ ਨਾਲ ਬੈਠਣ ਦਾ ਮੌਕਾ ਮਿਲੇਗਾ। ਸ਼ੋਅ ਤੋਂ ਬਾਅਦ ਫਿਰ 10-15 ਮਿੰਟ ਬੈਠਣ ਦਾ ਮੌਕਾ ਮਿਲੇਗਾ। ਉਹਨਾਂ ਦੀ ਪਰਸਨੈਲਿਟੀ ਇੰਨੀ ਇੰਪ੍ਰੈਸਿਵ ਸੀ ਵੀ ਉਹ ਪੰਜਾਬੀ ਦੇ ਵਿੱਚ ਮੇਰੇ ਨਾਲ ਗੱਲ ਕਰਦੇ ਰਹੇ। ਉਸ ਤੋਂ ਬਾਅਦ ਜਦੋਂ ਮੈਂ ਸ਼ੋਅ 'ਤੇ ਬੋਲਿਆ ਤਾਂ ਉਹਨਾਂ ਨੇ ਕਿਹਾ ਵੀ ਪਹਿਲੀ ਵਾਰੀ ਸਾਡੇ ਇਸ ਪਲੇਟਫਾਰਮ ਦੇ ਉੱਪਰ ਕੋਈ ਸਿੱਖਾਂ ਦੀ ਕਿਤਾਬ ਰਿਲੀਜ਼ ਹੋ ਰਹੀ ਹੈ। ਮੈਂ ਬੜਾ ਸ਼ੁਕਰਾਨਾ ਕੀਤਾ ਗੁਰੂ ਸਾਹਿਬ ਦਾ ਵੀ ਮੇਰੇ 'ਤੇ ਇੰਨੀ ਉਹਨਾਂ ਨੇ ਕਿਰਪਾ ਕਰਕੇ ਸੇਵਾ ਜਿਹੜੀ ਹੈ ਮੇਰੇ ਤੋਂ ਲਈ। ਜੀ ਡਾਕਟਰ ਪ੍ਰਵਲੀਨ ਸਿੰਘ, ਤੁਹਾਡੀ ਸੈਕਿੰਡ ਬੁੱਕ ਬਾਰੇ ਗੱਲ ਕੀਤੀ ਜਾਏ ਜਿਸ ਦਾ ਨਾਮ ਸੀ ਪ੍ਰੋਮੀਨੈਂਟ ਸਿੱਖਸ ਆਫ USA, ਜੋ ਕਿ US ਪਾਰਲੀਮੈਂਟ ਵਿੱਚ ਰਿਲੀਜ਼ ਕੀਤੀ ਗਈ ਸੀ, ਜਿਸ ਦੇ ਵਿੱਚ ਤੁਸੀਂ ਉੱਥੋਂ ਦੇ ਜੋ ਸਿੱਖ ਸ਼ਖਸੀਅਤਾਂ ਸਨ ਉਹਨਾਂ ਦਾ ਜ਼ਿਕਰ ਕੀਤਾ ਹੈ, ਉਹਨਾਂ ਦੀ ਪ੍ਰਾਪਤੀਆਂ, ਉਹਨਾਂ ਦੀ ਜੀਵਨੀ ਬਾਰੇ ਲਿਖਿਆ ਹੈ। ਤੇ ਉੱਥੇ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਹੈ, ਖਾਸ ਕਰਕੇ ਜੋ ਵਿਦੇਸ਼ਾਂ ਵਿੱਚ ਇਸ ਟਾਈਮ ਉੱਥੇ ਰਹਿ ਰਹੇ ਨੇ? ਮੈਂ ਇੱਕ ਬੜੀ ਇੰਟਰਸਟਿੰਗ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਚਾਹਾਂਗਾ ਜੀ। ਮੈਂ ਜਦੋਂ ਪ੍ਰੋਮੀਨੈਂਟ ਸਿੱਖਸ ਆਫ USA ਕਿਤਾਬ ਲਿਖੀ, ਕਿਤਾਬ ਪੂਰੀ ਲਿਖੀ ਗਈ,
ਸਾਰਿਆਂ ਨਾਲ ਉੱਥੇ ਸੰਪਰਕ ਹੋ ਗਿਆ। ਪਾਰਲੀਮੈਂਟ 'ਚ ਮੈਨੂੰ ਡੇਟ ਵੀ ਮਿਲ ਗਈ, ਪਰ ਨਾ ਮੇਰੇ ਕੋਲ ਵੀਜ਼ਾ ਸੀ ਤੇ ਨਾ ਮੇਰੇ ਪਰਿਵਾਰ ਕੋਲ ਵੀਜ਼ਾ ਸੀ। ਬੁੱਕ ਰਿਲੀਜ਼ ਦੀ ਉੱਥੇ ਤਿਆਰੀ ਸ਼ੁਰੂ ਹੋ ਗਈ। ਮੈਂ ਇੱਥੇ ਵੀਜ਼ੇ ਦੀ ਡੇਟ ਲੈ ਲਈ ਤਾਂ ਐਂਡ ਮੂਮੈਂਟ ਤੱਕ ਮੈਨੂੰ ਲੱਗਦਾ ਰਿਹਾ ਵੀ ਜੇ ਕਿਤੇ ਵੀਜ਼ਾ ਮੇਰਾ ਕੈਂਸਲ ਹੋ ਗਿਆ ਜਾਂ ਨਾ ਲੈ ਸਕਿਆ ਮੈਂ ਵੀਜ਼ਾ, ਤਾਂ ਮੇਰਾ ਸਾਰਾ ਜਿਹੜਾ ਮੈਂ ਇੰਨਾ ਮਿਹਨਤ ਕੀਤੀ ਆ ਉਹ ਸਾਰੀ ਰੁਲ ਜਾਏਗੀ ਮੇਰੀ ਮਿਹਨਤ। ਪਰ ਅਸੀਂ ਸਵੇਰੇ ਅਰਦਾਸ ਕਰਕੇ ਨਿਕਲੇ ਹਾਂ, ਸਾਰੇ ਪਰਿਵਾਰ ਗਿਆ ਉੱਥੇ US ਐਮਬੈਸੀ, ਸਾਨੂੰ ਵੀਜ਼ਾ ਮਿਲਿਆ। ਉਸ ਤੋਂ ਬਾਅਦ ਜਿਹੜੀ ਮੇਨ ਤਿਆਰੀ ਅਸੀਂ ਉਹ ਸ਼ੁਰੂ ਕੀਤੀ। ਅਮਰੀਕਾ ਦੇ ਵਿੱਚ ਤਕਰੀਬਨ 5 ਲੱਖ ਸਿੱਖ ਵਸਦਾ ਹੈ ਜੀ। ਹਰ ਸਟੇਟ ਦੇ ਵਿੱਚ, ਹਰ ਅਮਰੀਕਾ ਦੇ ਪ੍ਰੋਵਿੰਸ ਦੇ ਵਿੱਚ ਸਿੱਖਾਂ ਨੇ ਬਹੁਤ ਲਾਮਿਸਾਲ ਕੰਮ ਕੀਤਾ ਹੈ ਜੀ। ਇੱਕ ਫੋਰਨ ਲੈਂਡ ਦੇ ਉੱਤੇ ਜਾ ਕੇ ਜ਼ੀਰੋ ਤੋਂ ਸ਼ੁਰੂ ਕਰਕੇ ਜੋ ਅੱਜ ਸਿੱਖਾਂ ਨੇ ਉੱਥੇ ਆਪਣੀ ਧਾਕ ਜਮਾਈ ਹੈ, ਸਾਡੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਵੀ ਸਿੱਖ ਡਾਇਸਪੋਰਾ ਇੰਨਾ ਸਟਰੋਂਗ ਹੈ। ਤਾਂ ਹੀ ਜਿਹੜੀ ਹੈ ਸਾਡੀ ਫੋਰਨ ਦੇ ਵਿੱਚ ਵੀ ਔਰ ਇੱਥੇ ਵੀ ਪੂਰੀ ਪੁੱਛ ਰਹਿੰਦੀ ਹੈ ਸਿੱਖਾਂ ਦੀ। USA ਦੀ ਪੋਲੀਟੀਕਲ ਨਰਵ ਹੈ ਵਾਸ਼ਿੰਗਟਨ DC ਦੇ ਵਿੱਚ, ਕੈਪੀਟਲ ਹਿਲਸ, ਉਹਦੇ ਵਿੱਚ ਕਿਤਾਬ ਰਿਲੀਜ਼ ਹੋਣੀ, ਜਿੱਥੇ 15 MP ਆਉਂਦੇ ਨੇ, ਉੱਥੇ 3 ਸੈਨੇਟਰਸ ਆਉਂਦੇ ਨੇ। ਉਹ ਜਦੋਂ ਇਕੱਠੀ ਕਿਤਾਬ ਰਿਲੀਜ਼ ਕਰ ਰਹੀ ਹੈ, ਔਰ ਮੈਂ ਇੰਨਾ ਉੱਥੇ ਦੇ ਸਿੱਖਾਂ ਤੋਂ ਪ੍ਰਭਾਵਿਤ ਹੋਇਆ। ਉਹਨਾਂ ਨੇ ਇੰਨਾ ਪਿਆਰ, ਇੰਨੀ ਰਿਸਪੈਕਟ, ਇੰਨਾ ਕੁਝ ਉੱਥੇ ਬਖਸ਼ਿਆ ਕਿ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ। ਉਸ ਤੋਂ ਬਾਅਦ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਅਸੀਂ ਆ ਜਾਂਦੇ ਹਾਂ। ਸੈਨ ਹੋਜ਼ੇ ਗੁਰਦੁਆਰਾ ਸਭ ਤੋਂ ਵੱਡਾ ਗੁਰਦੁਆਰਾ ਨਾਰਥ ਅਮਰੀਕਾ ਦਾ ਜੀ। ਉੱਥੇ ਲੋਕਲ MP ਵੱਲੋਂ ਆ ਕੇ ਬੁੱਕ ਨੂੰ ਰਿਲੀਜ਼ ਕੀਤਾ ਜਾਂਦਾ ਹੈ। ਉਹ ਵੀ ਸੈਂਕੜਿਆਂ ਸੰਗਤ ਬੈਠੀ ਹੋਈ ਹੈ। ਉੱਥੋਂ ਬੜੀ ਮੈਨੂੰ ਇਨਸਪੀਰੇਸ਼ਨ ਮਿਲੀ, ਸਾਰਿਆਂ ਨੇ ਬੜਾ ਮੈਨੂੰ ਅਪਲੋਡ ਕੀਤਾ ਵੀ ਬੜਾ ਅੱਛਾ ਤੁਸੀਂ ਕੰਮ ਕੀਤਾ। ਉਸ ਤੋਂ ਬਾਅਦ ਸੈਕਰਾਮੈਂਟੋ ਦੇ ਵਿੱਚ ਕੈਲੀਫੋਰਨੀਆ ਦੀ ਲੈਫਟੀਨੈਂਟ ਗਵਰਨਰ ਦਾ ਆਉਣਾ ਔਰ ਘੱਟੋ ਘੱਟ 150-200 ਆਡੀਅנס ਦਾ ਹੋਣਾ, ਇੰਨਾ ਵੱਡਾ ਫੰਕਸ਼ਨ ਉੱਥੇ ਹੋਣਾ। ਸਾਰੇ ਅਮਰੀਕਾ ਦੇ ਵਿੱਚ ਜਿਹੜੀ ਹੈ ਗੱਲ ਦਾ ਜਾਣਾ ਵੀ ਸਿੱਖਾਂ ਨੂੰ ਆ ਕੇ ਕਿਸੇ ਨੇ ਇੱਥੇ ਅਪਲੋਡ ਕੀਤਾ, ਉਹਨਾਂ ਦੀ ਜਿਹੜੀ ਜ਼ਿੰਦਗੀ ਨੂੰ ਸਾਰਿਆਂ ਦੇ ਸਾਹਮਣੇ ਉਜਾਗਰ ਕੀਤਾ। ਬਹੁਤ ਹੀ ਅੱਛਾ ਇੱਕ ਐਕਸਪੀਰੀਅੰਸ ਸੀਗਾ। ਮੈਂ ਤੁਹਾਨੂੰ ਦੱਸਿਆ ਕੁਝ ਮੂਮੈਂਟਸ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਹਮੇਸ਼ਾ ਲਈ ਯਾਦਗਾਰੀ ਹੋ ਜਾਂਦੀਆਂ। ਇਸੇ ਤਰ੍ਹਾਂ ਸਰਦਾਰ ਹਰਪ੍ਰੀਤ ਸਿੰਘ ਦਰਦੀ, ਜਿਨ੍ਹਾਂ ਨੇ ਚੜ੍ਹਦੀ ਕਲਾ ਟਾਈਮ TV ਨਾਰਥ ਅਮਰੀਕਾ ਦੇ ਵਿੱਚ ਐਸਟੈਬਲਿਸ਼ ਕੀਤਾ, ਉਹਨਾਂ ਦਾ ਬੜਾ ਵੱਡਾ ਰੋਲ ਰਿਹਾ ਸਾਰੇ ਫੰਕਸ਼ਨਸ ਦੇ ਵਿੱਚ, ਸਾਰੀ ਕਵਰੇਜ ਜਿਹੜਾ ਲਾਈਵ ਚੱਲਦੇ ਰਹੇ ਉੱਥੋਂ ਸ਼ੋਜ਼। ਹਰਪ੍ਰੀਤ ਸਿੰਘ ਦਰਦੀ ਵਾਰਾਂ ਨੇ ਕਈ ਬੰਦਿਆਂ ਨਾਲ ਕਨੈਕਟ ਕਰਾਇਆ। ਤਾਂ ਬੁੱਕ ਰਿਲੀਜ਼ ਹੋਣ ਤੋਂ ਬਾਅਦ ਉਹਨਾਂ ਦਾ ਕਨੈਕਟ ਜਿਹੜਾ, ਉਹਨਾਂ ਦੇ ਸੰਬੰਧ ਇੰਨੇ ਗੂੜੇ ਹੋ ਗਏ ਕਿ ਕਈਆਂ ਨੇ ਕਈ ਤਰ੍ਹਾਂ ਦੇ ਸਿੱਖ ਕਮਿਊਨਿਟੀ ਦੀ ਫੇਵਰ ਦੇ ਵਿੱਚ ਕੰਮ ਜਿਹੜੇ ਸ਼ੁਰੂ ਕੀਤੇ ਜੀ, ਕਿਉਂਕਿ ਚੜ੍ਹਦੀ ਕਲਾ ਟਾਈਮ TV ਲੰਮੇ ਸਮੇਂ ਤੋਂ ਸਿੱਖਾਂ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦਾ ਆ ਰਿਹਾ। ਸੋ ਡਾਕਟਰ ਪ੍ਰਬਲੀਨ ਸਿੰਘ, ਆਪ ਜੀ ਦੀ ਸੈਕਿੰਡ ਬੁੱਕ ਸੀ ਪ੍ਰੋਮੀਨੈਂਟ ਸਿੱਖਸ ਆਫ USA, ਜੋ ਕਿ US ਪਾਰਲੀਮੈਂਟ ਵਿੱਚ ਰਿਲੀਜ਼ ਕੀਤੀ ਗਈ, ਜੋ ਕਿ ਉੱਥੇ ਵਸਦੀ ਸਮੂਹ ਸਿੱਖ ਸੰਗਤ ਲਈ, ਸਿੱਖ ਸ਼ਖਸੀਅਤਾਂ ਲਈ ਬੜੇ ਮਾਣ ਵਾਲੀ ਗੱਲ ਸੀ। ਤੇ ਦਰਸ਼ਕੋ, ਆਓ ਚੱਲਦੇ ਹਾਂ USA, ਜਿੱਥੇ ਕਿ ਉਸ ਸਮੇਂ ਦੌਰਾਨ US ਪਾਰਲੀਮੈਂਟ ਵਿੱਚ ਇਹ ਬੁੱਕ ਰਿਲੀਜ਼ ਕੀਤੀ ਗਈ। ਆਓ ਦੇਖਦੇ ਹਾਂ ਉਸ ਸਮੇਂ ਦੀ ਖਾਸ ਝਲਕ। So this is a very distinguished group of Sikh men and women from all over the country who are here. And we are so thrilled that very, very important members of US Congress have come to welcome all of us and to show their solidarity and support with the Sikh community. Bole so nihal. Continue. Thank you. ਗੱਲਬਾਤ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ, ਪਰ ਇੱਥੇ ਰੁਕ ਰਹੇ ਹਾਂ ਅਸੀਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਤੁਸੀਂ ਬਣੇ ਰਹੋ ਸਾਡੇ ਨਾਲ ਚੜ੍ਹਦੀ ਕਲਾ ਟਾਈਮ TV ਤੇ। ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਹੇ ਹਾਂ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ। ਲਾਈਟ ਕੈਮਰਾ ਚੱਕ ਦਿਓ ਫੱਟੇ। ਖਾਸ ਮੁਲਾਕਾਤ, ਖਾਸ ਮੁਲਾਕਾਤ। ब्रेक तो बाद
ਨਮਸਕਾਰ ਸਾਡੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ। ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਖਾਸ ਮੁਲਾਕਾਤ। ਡਾਕਟਰ ਪ੍ਰਬਲੀਨ ਸਿੰਘ, ਤੁਸੀਂ ਰੀਸੈਂਟਲੀ ਕਿਤਾਬ ਲਿਖੀ ਹੈ ਸ਼ਾਈਨਿੰਗ ਸਿੱਖ ਯੂਥ ਆਫ ਇੰਡੀਆ, ਜਿਸ ਵਿੱਚ ਤੁਸੀਂ ਵੱਖ-ਵੱਖ ਖੇਤਰਾਂ ਵਿੱਚ ਨਾਮ ਨਾ ਖੱਟਣ ਵਾਲੀ ਸ਼ਖਸੀਅਤਾਂ ਬਾਰੇ ਜ਼ਿਕਰ ਕੀਤਾ ਹੈ, ਉਹਨਾਂ ਦੀ ਜੀਵਨੀ ਖਾਸ ਕਰਕੇ ਜੋ ਯੰਗਸਟਰਸ ਨੇ ਉਹਨਾਂ ਬਾਰੇ ਲਿਖਿਆ ਹੈ। ਤੇ ਮੈਂ ਵੀ ਮੀਡੀਆ ਜਗਤ ਤੋਂ ਸੰਬੰਧ ਰੱਖਦੀ ਹਾਂ, ਤੇ ਮੀਡੀਆ ਜਗਤ ਵਿੱਚ ਤੁਸੀਂ ਕਿਹੜੀ ਸ਼ਖਸੀਅਤਾਂ ਦਾ ਜ਼ਿਕਰ ਕੀਤਾ ਹੈ? ਜਿਹੜੀ ਤੁਸੀਂ ਬੁੱਕ ਦਾ ਜ਼ਿਕਰ ਕੀਤਾ ਸ਼ਾਈਨਿੰਗ ਸਿੱਖ ਯੂਥ ਆਫ ਇੰਡੀਆ, ਜੀ ਇੱਕ ਵਾਰੀ ਫੇਰ ਸਾਰੀ ਕਮਿਊਨਿਟੀ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰੀ ਹੋਇਆ ਵੀ ਦੇਸ਼ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਦੇਸ਼ ਦੇ ਇੱਕ ਦੂਜੇ ਕੈਬਨਿਟ ਵਜ਼ੀਰ ਸਰਦਾਰ ਹਰਦੀਪ ਸਿੰਘ ਪੁਰੀ, ਉਹਨਾਂ ਵੱਲੋਂ DRDO ਭਵਨ ਦੇ ਵਿੱਚ ਨਵੀਂ ਦਿੱਲੀ ਦੇ ਵਿਖੇ ਇਸ ਨੂੰ ਜਿਹੜਾ ਇਹਦਾ ਵਿਮੋਚਨ ਕੀਤਾ ਗਿਆ। ਔਰ ਇਸ ਦੇ ਵਿੱਚ ਜਿਹੜੇ ਨੇ 100 ਸਿੱਖ ਯੂਥ ਦੀ ਜਿਹੜੀ ਗੱਲ ਕੀਤੀ ਗਈ ਹੈ, ਉਹਦੇ 'ਚੋਂ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਉਸ ਫੰਕਸ਼ਨ ਦੇ ਵਿੱਚ ਵੀ ਉਹ ਯੂਥ ਮੌਜੂਦ ਸੀ। ਤੁਸੀਂ ਮੀਡੀਆ ਦੀ ਗੱਲ ਕੀਤੀ, ਮੀਡੀਆ ਦੇ ਵਿੱਚ ਆਪਣੇ ਸਿੱਖਾਂ ਦਾ ਬੜਾ ਵੱਡਾ ਰੋਲ ਹੈ। ਜਿਹੜਾ ਜੇ ਮੈਂ ਪ੍ਰਿੰਟ ਮੀਡੀਆ ਦੀ ਗੱਲ ਕਰਾਂ ਤਾਂ ਅਜੀਤ ਗਰੁੱਪ ਜਿਹੜਾ ਬਹੁਤ ਵੱਡਾ ਇੱਕ ਗਰੁੱਪ ਹੈ, ਜਿਹਨਾਂ ਨੂੰ ਉਹਨਾਂ ਦੀਆਂ 2 ਬੇਟੀਆਂ ਸਰਦਾਰਨੀ ਗੁਰਜੋਤ ਕੌਰ ਅਤੇ ਸਰਦਾਰਨੀ ਸਰਵਿੰਦਰ ਕੌਰ ਬੜੇ ਅੱਛੇ ਤਰੀਕੇ ਦੇ ਨਾਲ ਉਹਨੂੰ ਚਲਾ ਰਹੇ ਹਨ। ਉਹਨਾਂ ਦੀਆਂ ਦੋਨਾਂ ਦੀਆਂ ਜੀਵਨੀਆਂ ਦਾ ਜ਼ਿਕਰ ਹੈ। ਉਸ ਤੋਂ ਬਾਅਦ ਜਿਹੜਾ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਅਸੀਂ ਜਦੋਂ ਆ ਜਾਂਦੇ ਹਾਂ ਤਾਂ ਚੜ੍ਹਦੀ ਕਲਾ ਟਾਈਮ TV ਦੇ ਡਾਇਰੈਕਟਰ ਸਰਦਾਰ ਸਤਵੀਰ ਸਿੰਘ ਦਰਦੀ, ਜੋ ਕਿ ਬਹੁਤ ਯੰਗ ਏਜ ਦੇ ਵਿੱਚ ਇੱਕ ਸਾਡਾ ਉੱਭਰਦਾ ਸਿਤਾਰਾ ਸੀ, ਉਹ ਸਾਨੂੰ ਪਿਛਲੇ ਦਿਨਾਂ ਅਲਵਿਦਾ ਕਹਿ ਗਿਆ। ਪਰਮਾਤਮਾ ਦੇ ਭਾਣੇ ਦੇ ਅਨੁਸਾਰ ਜੋ ਵੀ ਵਾਪਰਿਆ, ਸਾਨੂੰ ਬੜਾ ਦੁੱਖ ਹੈ ਵੀ ਸਾਡਾ ਇੱਕ ਸ਼ਾਈਨਿੰਗ ਸਟਾਰ ਜਿਹੜਾ ਸਾਡੇ ਤੋਂ ਵਿਛੜ ਗਿਆ। ਉਹਨਾਂ ਦੀ ਜੀਵਨੀ ਦਾ ਵੀ ਮੈਂ ਜਿਹੜਾ ਇਹਦੇ ਵਿੱਚ ਜ਼ਿਕਰ ਕੀਤਾ ਹੈ। ਉਹਨਾਂ ਤੋਂ ਇਲਾਵਾ ਹੋਰ 2-3 ਜਿਹੜੇ ਮੀਡੀਆ ਹਾਊਸਿਸ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ, ਤਾਂ ਕਿ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਪੜ੍ਹ ਕੇ ਇੱਕ ਮਹਿਜ 40-42 ਸਾਲ ਦੀ ਉਮਰ ਦੇ ਵਿੱਚ ਇੰਨੀਆਂ ਵੱਡੀਆਂ ਅਚੀਵਮੈਂਟਸ ਜਿਹੜੇ ਕਰਕੇ ਗਏ ਨੇ, ਉਹ ਪਾਉਣ ਦਾ ਮੋਟਿਵ ਇਹੀ ਸੀ ਵੀ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਪੜ੍ਹ ਕੇ ਆਪਣੀ ਆਉਣ ਵਾਲੀ ਪਨੀਰੀ ਜਿਹੜੀ ਹੈ ਉਹ ਇਨਸਪਾਇਰ ਹੋ ਕੇ ਉਹ ਵੀ ਜੇ ਕੁਝ ਆਪਣੇ ਜੀਵਨ ਦੇ ਵਿੱਚ ਬਦਲਾਅ ਲਿਆ ਸਕਦੇ ਨੇ, ਤਾਂ ਮੈਨੂੰ ਲੱਗਦਾ ਹੈ ਇਸ ਤੋਂ ਵੱਡੀ ਮੇਰੇ ਲਈ ਕੋਈ ਅਚੀਵਮੈਂਟ ਨਹੀਂ ਹੋਏਗੀ। ਸੋ ਆਓ ਦਰਸ਼ਕੋ, ਹੁਣ ਤੁਹਾਨੂੰ ਲੈ ਚੱਲਦੇ ਹਾਂ ਉਹਨਾਂ ਖਾਸ ਪਲਾਂ ਵਿੱਚ ਜਿੱਥੇ ਡਾਕਟਰ ਪ੍ਰਬਲੀਨ ਸਿੰਘ ਵੱਲੋਂ ਲਿਖੀ ਪੁਸਤਕ, ਜੋ ਕਿ ਉਹਨਾਂ ਨੇ ਰੀਸੈਂਟਲੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਤਾਬ ਲਿਖੀ ਹੈ, ਜਿਸ ਦਾ ਨਾਮ ਹੈ ਸ਼ਾਈਨਿੰਗ ਸਿੱਖ ਯੂਥ ਆਫ ਇੰਡੀਆ। ਆਓ ਚੱਲਦੇ ਹਾਂ ਉਹਨਾਂ ਖਾਸ ਪਲਾਂ ਵਿੱਚ, ਦਿਖਾਉਂਦੇ ਹਾਂ ਤੁਹਾਨੂੰ ਉਸ ਸਮੇਂ ਦੇ ਖਾਸ ਝਲਕਾਂ। भारत की कल्चर, इंडियन कल्चर को, जिन्हें बहुत झंझावातों को झेला है, बहुत मुसीबतों को झेला है, मुगलों के आक्रमण को भी ये जानते हैं, क्या क्या नहीं हुआ है, बहुत लंबे इतिहास में नहीं जाना चाहूंगा। और यदि शाश्वत रूप से, इटर्नल जिसे कहते हैं, शाश्वत इटर्नल रूप से यदि भारत की संस्कृति, इंडियन कल्चर आज यदि कायम है, तो उसका श्रेय यदि मैं किसी को देना चाहता हूं तो इस सिख समाज को इसका श्रेय देना चाहता हूं। इसलिए जो मैंने कहा कि मैं, आप जानते हैं कि यह 2021 का यह जो वर्ष चल रहा है, वो गुरु तेग बहादुर जी का 400वां प्रकाश पर्व के रूप में यह वर्ष देश में मनाया जा रहा है और हमारी सरकार भी इस पर्व को मना रही है। गुरु तेग बहादुर जी के नाम में शौर्य भी है और साहस भी है, शौर्य भी है और पराक्रम भी है। तेग बहादुर, इनका नाम ही हमें प्रेरणा देता है। और इस अवसर पर डॉक्टर प्रबलीन सिंह जैसे एक नौजवान ने शाइनिंग सिख यूथ ऑफ इंडिया, यह पुस्तक जो इस अवसर पर लिखी है, मैं इनको बधाई देना चाहता हूं और बड़ा होने के नाते आपको मैं आशीर्वाद भी देना चाहता हूं भविष्य के लिए।
और मैं मानता हूं कि गुरु तेग बहादुर जी, जिनका कि हम 400वां प्रकाश पर्व मना रहे हैं, उनका जीवन केवल भारत के ही लिए नहीं, सारे विश्व के युवाओं के लिए बहुत इंस्पायरिंग है, प्रेरणा देने वाला है। एक ऐसा उनका जीवन है। अपने धर्म, मानवीय मूल्यों, आदर्शों और सिद्धांतों की रक्षा के लिए विश्व के इतिहास में जिन लोगों ने प्राणों की आहुति दी, उनमें गुरु तेग बहादुर साहब का स्थान अग्रिम पंक्ति में है। अगली कतार में वह गुरु तेग बहादुर सिंह खड़े हैं। सिख समाज का इतिहास बहुत ही गौरवशाली इतिहास है। विडंबना यह है कि सिख समाज के लोग भी, बहुत सारे लोग हैं जो अपने गौरवशाली इतिहास को जानते नहीं। मैं तो कहूंगा कि इतिहास के पन्नों को पलटकर देखिए, नौजवानों को बतलाइए कि सिख समाज का इतिहास कितना गौरवशाली है, कितनी कुर्बानियां दी। सिख कहते किसे हैं? जो गुरु साहिबान का शिष्य है उसी को तो सिख कहते हैं। हम भी उन्हीं गुरु साहिबान के शिष्य हैं, उन्हीं के चरणों में मेरा शीश झुका हुआ है। बहुत बड़ा काम किया है इस समाज ने, यह देश कभी भूल नहीं सकता। मुझे लगता है कि हम जिस भी रिलीजन में वी आर बॉर्न, हम समझते हैं वो सबसे बढ़िया है, बट सिख रिलीजन के बारे कुछ विशेषता है, कुछ स्पेशल डिफाइनिंग फीचर्स हैं। और वो जो संभावना है हमारे कम्युनिटी में, कीरत कमाई, अर्निंग एन ऑनेस्ट लिविंग, वन छक्को, कम्युनिटी एंड पब्लिक सर्विस, एंड सिमरन एंड नाम जपो, प्रेयर, मेडिटेशन एंड इंट्रोस्पेक्शन। माननीय राजनाथ सिंह जी, केंद्रीय मंत्रिमंडल के में शामिल होने से पहले मैं कोई 39 इयर्स एक दूसरे प्रोफेशन में था। मुझे मौका मिला दुनिया में कई जगह में सर्व करने का। जापान मेरी पहली पोस्टिंग थी, उसके बाद मैं जिनीवा रहा, श्रीलंका में रहा, ब्राजील में रहा, यूनाइटेड स्टेट्स में रहा, लंदन तो मैं उसके कैसे भूल सकता हूं। जो जहां जहां पे हमारी सिख कम्युनिटी की लार्ज कॉन्सेंट्रेशंस थी, मुझे वहां पे सर्व करने का मौका मिला। और मैं समझता हूं दिस इज अबाउट द यूथ। और I think this publication, and I want to pay a compliment to the author, this publication not only honors the 100 youth who figure in there, but it honors the contribution that youth makes to India and it will have to make to Punjab. So Dr. Prableen Singh, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਲਈ ਕੋਈ ਮੈਸੇਜ? ਮੇਰਾ ਇੱਕੋ ਇੱਕ ਮੈਸੇਜ ਹੈ ਕਿ ਕੋਈ ਵੀ ਚੀਜ਼ ਜਿਹੜੀ ਹੈ ਇੰਪੋਸੀਬਲ ਨਹੀਂ ਹੈ। ਮੈਂ ਜਦੋਂ ਇਹ ਕਿਤਾਬਾਂ ਲਿਖੀਆਂ ਨੇ ਤਾਂ ਮੈਂ ਹਰ ਕਿਸੇ ਦੀ ਜ਼ਿੰਦਗੀ ਨੂੰ ਬੜੀ ਕਰੀਬੀ ਦੇ ਨਾਲ ਦੇਖਿਆ ਔਰ ਮੈਂ ਇੱਕ ਚੀਜ਼ ਸਮਝੀ ਹੈ, ਜੇ ਤੁਹਾਡੀ ਇੰਟੈਂਸ਼ਨ ਠੀਕ ਹੈ, ਤੁਸੀਂ ਪੋਜ਼ਿਟਿਵ ਹੋ, ਓਨੈਸਟ ਹੋ ਅਤੇ ਡੈਡੀਕੇਟਿਡ ਹੋ, ਤਾਂ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਕਾਮ ਹਾਸਲ ਕਰਨਾ ਨਾਮੁਮਕਿਨ ਨਹੀਂ ਹੈ। ਹਰ ਚੀਜ਼ ਮੁਮਕਿਨ ਹੈ। ਔਰ ਅੱਜ ਦਾ ਜਿਹੜਾ ਮਾਡਰਨ ਯੂਥ ਹੈ, ਮੇਰਾ ਉਹਨਾਂ ਨੂੰ ਇੱਕ ਹੋਰ ਸੰਦੇਸ਼ ਹੈ ਵੀ ਬਹੁਤ ਸਾਰੇ ਅੱਜ ਦੀ ਡੇਟ ਦੇ ਵਿੱਚ ਪਲੈਟਫਾਰਮਸ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਬਹੁਤ ਕੁਛ ਦੁਨੀਆ ਦੀ ਹਰ ਚੀਜ਼ ਸਿੱਖੀ ਜਾ ਸਕਦੀ ਹੈ ਘਰ ਬੈਠੇ ਹੀ। ਹਰ ਚੀਜ਼ ਜਦੋਂ ਵੀ ਤੁਹਾਡੇ ਕੋਲ ਟਾਈਮ ਹੈ ਉਹਨੂੰ ਵੇਸਟ ਨਾ ਕਰੋ, ਕੁਛ ਨਾ ਕੁਛ ਆਪਣੇ ਆਪ ਨੂੰ ਬਿਜ਼ੀ ਰੱਖ ਕੇ ਕੁਛ ਨਾ ਕੁਛ ਨਵਾਂ ਸਿੱਖੋ। ਇਹ ਜੋ ਸਿੱਖੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਇਹਦੀ ਇੰਪਲੀਮੈਂਟੇਸ਼ਨ ਹੋ ਕੇ ਤੁਹਾਨੂੰ ਇਹਦਾ ਜ਼ਰੂਰ ਫਾਇਦਾ ਮਿਲੇਗਾ। ਔਰ ਹਮੇਸ਼ਾ ਹੀ ਪੋਜ਼ਿਟਿਵ ਰਹੋ ਔਰ ਆਪਣੀ ਜਿਹੜੀ ਇੰਟੈਂਸ਼ਨ ਹੈ ਉਹਨੂੰ ਚੰਗਾ ਰੱਖੋ। ਹਰ ਕਿਸੇ ਦੀ ਮਦਦ ਕਰੋ, ਤਾਂ ਹਰ ਕਿਸੇ ਦੀ ਮਦਦ ਕਰੋਗੇ ਤਾਂ ਪਰਮਾਤਮਾ ਤੁਹਾਡੀ ਵੀ ਹਰ ਸਟੈਪ 'ਤੇ ਮਦਦ ਕਰੇਗਾ। ਮੇਰਾ ਇਹੀ ਅੱਜ ਦੇ ਯੂਥ ਨੂੰ ਸੰਦੇਸ਼ ਹੈ। ਮੈਂ ਚੜ੍ਹਦੀ ਕਲਾ ਟਾਈਮ TV ਦਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਆਪਣੇ ਵਿਚਾਰ ਰੱਖਣ ਦਾ ਔਰ ਦਰਸ਼ਕਾਂ ਦੇ ਰੂਬਰੂ ਹੋਣ ਦਾ। ਥੈਂਕ ਯੂ ਜੀ। ਸੋ ਡਾਕਟਰ ਪ੍ਰਬਲੀਨ ਸਿੰਘ, ਸਾਡੇ ਵੱਲੋਂ ਵੀ ਤੁਹਾਨੂੰ ਢੇਰ ਸਾਰੀਆਂ ਸ਼ੁਭ ਕਾਮਨਾਵਾਂ। ਤੁਸੀਂ ਇੱਥੇ ਆਏ, ਸਾਡੇ ਦਰਸ਼ਕਾਂ ਨਾਲ ਕੀਮਤੀ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਦਰਸ਼ਕੋ, ਤੁਸੀਂ ਦੇਖ ਰਹੇ ਸੀ ਸਾਡਾ ਖਾਸ ਪ੍ਰੋਗਰਾਮ ਖਾਸ ਮੁਲਾਕਾਤ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। खास मुलाकात।